ਕਰਨਾ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ। ਸਲੋਕ ਮਹੱਲਾ ਤੀਜਾ। ਰਾਗਾਂ ਵਿੱਚ ਸ਼੍ਰੀ ਰਾਗ ਹੈ, ਜੇ ਸੱਚ ਧਰੇ ਪਿਆਰ। ਸਦਾ ਹਰ ਸੱਚ ਮਨ ਵਸੈ, ਨੇਚਲ ਮਤ ਅਪਾਰ। ਰਤਨ ਅਮੋਲਕ ਪਾਇਆ, ਗੁਰ ਕਾ ਸ਼ਬਦ ਵਿਚਾਰ। ਜੀਵਾ ਸੱਚੀ ਮਨ ਸੱਚਾ, ਸੱਚਾ ਸਰੀਰ ਆਕਾਰ। ਨਾਨਕ ਸੱਚੈ ਸਤਿਗੁਰ ਸੇਵਿਐ, ਸਦਾ ਸੱਚ ਵਪਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੱਛੋਂ ਆਪਾਂ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਸੀ ਰਾਗ ਸ਼੍ਰੀ ਰਾਗ ਦੀ, ਜੋ ਸਤਿਗੁਰਾਂ ਦੀ ਬਾਣੀ ਆਪਾਂ ਸਰਵਣ ਕੀਤੀ। ਅੱਗੇ ਬਾਣੀ ਚੱਲੀ ਹੈ ਰਾਗ ਸ਼੍ਰੀ ਰਾਗ ਕੀ ਵਾਰ। ਔਰ ਵਾਰ ਸ਼ਬਦ ਜਿਹੜਾ ਹੈ, ਜਿਸ ਤਰ੍ਹਾਂ ਅਸੀਂ ਇੱਥੇ ਮੱਸਿਆ ਦੇ ਦਿਹਾੜੇ 'ਤੇ ਢਾਡੀ ਸਿੰਘਾਂ ਕੋਲੋਂ ਵਾਰਾਂ ਸੁਣਦੇ ਹਾਂ। ਪੁਰਾਣੇ ਸਮਿਆਂ ਦੇ ਵਿੱਚ ਯੋਧਿਆਂ ਸੂਰਮਿਆਂ ਦੀਆਂ, ਜੰਗਾਂ ਜਿੱਤਣ ਵਾਲਿਆਂ ਦੀਆਂ, ਰਾਜਿਆਂ ਮਹਾਰਾਜਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਸਨ। ਔਰ ਜਿਨ੍ਹਾਂ ਨੂੰ ਸੁਣ ਕੇ ਸੁਣਨ ਵਾਲਿਆਂ ਵਿੱਚ ਜੋਸ਼ ਪੈਦਾ ਹੁੰਦਾ ਸੀ। ਹੁਣ ਸਮਾਂ ਆਇਆ ਛੇਵੇਂ ਪਾਤਸ਼ਾਹ ਜੀ ਦਾ। ਪੰਜਵੇਂ ਪਾਤਸ਼ਾਹ ਜੀ ਨੇ ਬਾਣੀ ਰਚ ਦਿੱਤੀ ਔਰ ਗੁਰਬਾਣੀ ਦੇ 17 ਰਾਗਾਂ ਦੇ ਵਿੱਚ 22 ਵਾਰਾਂ ਅੰਕਿਤ ਕੀਤੀਆਂ। 12 ਤਾਂ ਪੰਜਵੇਂ ਪਾਤਸ਼ਾਹ ਜੀ ਨੇ ਲਿਖ ਦਿੱਤੀਆਂ ਸਨ। ਜਿਸ ਵੇਲੇ ਛੇਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ ਗੁਰੂ ਪਿਆਰਿਓ, ਅਤੇ ਉਸ ਵੇਲੇ ਬਾਬਾ ਬੁੱਢਾ ਜੀ ਸਿਆਣੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੋ ਇਹ ਬੀੜ ਰਚੀ ਹੈ, ਪੰਜਾਂ ਗੁਰੂਆਂ ਨੇ ਆਪੋ ਆਪਣੀ ਬਾਣੀ ਉਚਾਰੀ, ਤੁਸੀਂ ਵੀ ਕੁਛ ਇਹਦੇ ਵਿੱਚ ਹਿੱਸਾ ਪਾਓ। ਬਾਬਾ ਬੁੱਢਾ ਜੀ ਕਹਿਣ ਲੱਗੇ, ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਤੁਸੀਂ ਵੀ ਇਹਦੇ ਵਿੱਚ ਆਪਣੀ ਬਾਣੀ ਪਾਓ। ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਬਾਬਾ ਜੀ ਆਪਾਂ ਤਾਂ ਜੰਗ ਯੁੱਧ ਕਰਨੇ ਹਨ ਔਰ ਜੰਗ ਕਰਕੇ ਉਹਨਾਂ ਦੁਸ਼ਟਾਂ ਦਾ ਖਾਤਮਾ ਕਰਨਾ ਹੈ, ਜਿਸ ਤਰ੍ਹਾਂ ਪੰਜਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ ਔਰ ਜ਼ੁਲਮ ਕੀਤਾ ਜਾ ਰਿਹਾ ਹਿੰਦੁਸਤਾਨ ਦੇ ਵਿੱਚ, ਭਾਰਤ ਦੀ ਧਰਤੀ 'ਤੇ ਐਸੇ ਜ਼ਾਲਮ ਲੋਕਾਂ ਦਾ ਖਾਤਮਾ ਕਰਨਾ ਹੈ। ਪਰ ਜੇ ਤੁਸੀਂ ਕਹਿੰਦੇ ਹੋ
कि असी कुछ हिस्सा पाइए तो असी फिर ऐसा ही हिस्सा पा दिंने आ। ਜਿਹੜੀਆਂ ਗੁਰਬਾਣੀ ਵਿੱਚ ਵਾਰਾਂ ਹਨ ਉਹਨਾਂ ਨੂੰ ਪੁਰਾਣੇ ਯੋਧਿਆਂ ਦੇ ਤਰਜ਼ਾਂ ਤੇ ਰਾਗਾਂ ਤੇ ਗਾਉਣ ਦਾ ਹੁਕਮ ਦਿੰਨੇ ਆ। ਤਾਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਰਚੀਆਂ ਹੋਈਆਂ ਵਾਰਾਂ ਨੂੰ ਕੁਝ ਹੈਂਡਿੰਗ ਦਿੱਤੇ ਹਨ, ਜਿਨ੍ਹਾਂ ਨੂੰ ਅਸੀਂ ਪੜ੍ਹਦੇ ਹਾਂ। ਜਿਵੇਂ ਮਾਝ ਰਾਗ ਵਿੱਚ ਮਲਕ ਮਰੀ ਤਥਾ ਚੰਦਰਹੜਾ ਸੋਹੀਆਂ ਕੀ ਧੁਨੀ ਗਾਵਨੀ। ਜੇ ਇਹਨਾਂ ਦਾ ਵਿਸਥਾਰ ਕਰੀਏ ਵੀ ਇਹ ਕੌਣ ਸਨ ਤੇ ਬੜੀ ਲੰਮੀ ਹੋ ਜਾਣੀ, ਉਹ ਕਿਤੇ ਫਿਰ ਗੱਲ ਚੱਲੇਗੀ। ਇਹ ਯੋਧੇ ਹੋਏ ਨਾ ਜਿਨ੍ਹਾਂ ਨੇ ਜੰਗਾਂ ਜਿੱਤੀਆਂ, ਆਪਣੇ ਰਾਜ ਭਾਗ ਸੰਭਾਲੇ, ਦੁਸ਼ਮਣਾਂ ਦਾ ਖਾਤਮਾ ਕੀਤਾ, ਤੇ ਢਾਡੀਆਂ ਨੇ ਫਿਰ ਉਹਨਾਂ ਦੀਆਂ ਸਿਫਤਾਂ ਕੀਤੀਆਂ। ਗੁਰੂ ਘਰ ਦੇ ਵਿੱਚ ਜਿਹੜਾ ਢਾਡੀਆਂ ਦਾ ਆਉਣਾ ਹੋਇਆ ਇਹ ਵੀ 6ਵੇਂ ਪਾਤਸ਼ਾਹ ਵੇਲੇ ਹੋਇਆ, ਉਸ ਤੋਂ ਪਹਿਲਾਂ ਨਹੀਂ ਸੀ। ਇਹ ਢਾਡੀ ਲੋਕ ਰਾਜਿਆਂ ਮਹਾਰਾਜਿਆਂ ਦੀਆਂ ਯੋਧਿਆਂ ਦੀਆਂ ਸਿਫਤਾਂ ਉਹਨਾਂ ਨੂੰ ਗਾ ਕੇ ਸੁਣਾਉਂਦੇ, ਉਹ ਇਹਨਾਂ ਨੂੰ ਖੁਸ਼ੀ 'ਚ ਆ ਕੇ ਪੈਸੇ ਦਿੰਦੇ। ਜਿਵੇਂ ਅੱਜ ਵੀ ਪਿੰਡਾਂ ਦੇ ਵਿੱਚ ਜਦੋਂ ਕੋਈ ਅਖਾੜੇ ਲੱਗਿਆ ਕਰਦੇ ਆ, ਕਲਾਕਾਰ ਆਉਂਦੇ ਆ, ਲੋਕ ਉਹਨਾਂ ਨੂੰ ਪੈਸੇ ਦਿੰਦੇ ਆ, ਪਰ ਉਸ ਦਾ ਕੋਈ ਰਿਸਪੌਂਸ ਨਹੀਂ ਮਿਲਦਾ। ਜਿਹੜੀਆਂ ਢਾਡੀ ਵਾਰਾਂ ਗਾਉਂਦੇ ਸਨ ਉਹਨਾਂ ਨੂੰ ਸੁਣ ਕੇ ਲੋਕਾਂ ਦੇ ਵਿੱਚ ਜੋਸ਼ ਅਤੇ ਗਿਆਨ ਪੈਦਾ ਹੁੰਦਾ ਸੀ। ਖੈਰ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ 9 ਧੁਨਾਂ ਸੂਰਮਿਆਂ ਦੇ ਨਾਂ 'ਤੇ ਚੜ੍ਹਾਈਆਂ। ਮਾਝ ਰਾਗ ਵਿੱਚ ਸੂਰਮੇ ਹੋਏ ਚੰਦਰਹੜਾ ਸੋਹੀਆਂ, ਮਲਕ ਮੁਰੀਦ ਤਥਾ ਚੰਦਰਹੜਾ ਸੋਹੀਆਂ, ਇਹਨਾਂ ਦੀ ਧੁਨੀ 'ਤੇ ਗਾਉਣੀ ਹੈ। ਇਹ ਰਾਗ ਮਾਝ ਦੀ ਵਾਰ। ਔਰ ਇਸੇ ਤਰ੍ਹਾਂ ਆਸਾ ਰਾਗ ਦੇ ਵਿੱਚ ਜਿਹੜੀ ਆਪਾਂ ਰੋਜ਼ ਸੁਬਾਹ ਕੀਰਤਨ ਕਰਦੇ ਹਾਂ, ਉਹਦੇ ਵਿੱਚ ਰਾਗੀ ਕਹਿੰਦੇ ਆ ਟੁੰਡੇ ਅਸ ਰਾਜੇ ਕੀ ਧੁਨੀ ਗਾਵਨੀ। ਇਹ ਹੁਕਮ ਹੈ ਰਾਗੀਆਂ ਨੂੰ ਵੀ ਇਹਨੂੰ ਇੱਦਾਂ ਗਾਓ ਜਿਵੇਂ ਢਾਡੀਆਂ ਨੇ ਟੁੰਡੇ ਅਸ ਰਾਜੇ ਦੀ ਸਿਫਤ ਕੀਤੀ ਸੀ। ਰਾਗ ਗੌੜੀ ਦੇ ਵਿੱਚ ਦੂਸਰਾ ਰਾਗ ਹੈ ਜਿਹੜਾ ਰਾਗ ਗੌੜੀ ਦੇ ਵਿੱਚ ਮਾਝ ਤੋਂ ਅੱਗੇ ਚੱਲਦੇ ਹੋਏ ਰਾਏ ਕਮਾਲ ਦੀ ਮੌਜਦੀ ਕੀ ਵਾਰ ਕੀ ਧੁਨੀ ਗਾਵਨੀ। ਗੌੜੀ ਕੀ ਇਸ ਵਾਰ ਨੂੰ ਇਹਨਾਂ ਰਾਜਿਆਂ ਦੀ ਜਿਵੇਂ ਸਿਫਤ ਕੀਤੀ ਗਈ ਉਸ ਧੁਨੀ 'ਤੇ ਗਾਉਣਾ ਕਰੋ। ਆਸਾ ਰਾਗ ਵਿੱਚ ਟੁੰਡੇ ਅਸ ਰਾਜੇ ਕੀ ਧੁਨੀ ਗਾਵਨੀ। ਗੂਜਰੀ ਰਾਗ ਵਿੱਚ ਸਿਕੰਦਰ ਬ੍ਰਾਹਮ ਕੀ ਵਾਰ ਕੀ ਧੁਨੀ ਗਾਵਨੀ। ਇਹ 6ਵੇਂ ਪਾਤਸ਼ਾਹ ਜੀ ਨੇ ਆਪਣਾ ਹਿੱਸਾ ਗੁਰਬਾਣੀ ਵਿੱਚ ਪਾਇਆ। ਅੱਗੇ ਫਿਰ ਰਾਗ ਵਡਹੰਸ। ਵਡਹੰਸ ਰਾਗ ਦੀ ਵਾਰ ਦੇ ਉੱਤੇ ਹੈਂਡਿੰਗ ਹੈ ਵਡਹੰਸ ਕੀ ਵਾਰ ਲੱਲਾ ਬਹਿਲੀਮਾ ਕੀ ਧੁਨੀ ਗਾਵਨੀ। ਅੱਗੇ ਫਿਰ ਆਈ ਰਾਮਕਲੀ ਰਾਗ ਵਿੱਚ ਜੋਧੇ ਵੀਰੇ ਪੂਰਬਾਣੀ ਕੀ ਧੁਨੀ ਗਾਵਨੀ। ਸਾਰੰਗ ਰਾਗ ਵਿੱਚ ਹੈ ਰਾਏ ਮਹਿਮੇ ਹਸਨੇ ਕੀ। ਰਾਏ ਹੁੰਦਾ ਰਾਜਾ, ਮਹਿਮਾ ਤੇ ਹਸਨਾ ਇਹ ਭਾਈ ਹੋਏ। ਰਾਏ ਮਹਿਮੇ ਹਸਨੇ ਕੀ ਧੁਨੀ ਗਾਵਨੀ। ਰਾਗ ਮਲਾਰ ਦੇ ਵਿੱਚ ਲਿਖਿਆ ਮੂਸੇ ਕੀ ਵਾਰ ਕੀ ਧੁਨੀ ਗਾਵਨੀ। ਇਉਂ 9 ਧੁਨਾਂ ਚੜ੍ਹਨ ਦਾ ਹੁਕਮ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਿਖਣਾ ਕੀਤਾ, ਕਿਉਂਕਿ ਗੁਰਬਾਣੀ ਵਿੱਚ ਹੋਰ ਕਿਸੇ ਨੂੰ ਹੁਕਮ ਨਹੀਂ ਹੈ ਕਲਮ ਚਲਾਉਣ ਦਾ, ਅੱਖਰ ਦੀ ਵਾਧ ਘਾਟ ਕਰਨ ਦਾ, ਕੇਵਲ ਗੁਰੂਆਂ ਨੂੰ ਹੈ। ਪਹਿਲੇ ਪਾਤਸ਼ਾਹ ਨੇ ਬਾਣੀ ਰਚੀ, ਦੂਜੇ ਰਚੀ, ਤੀਜੇ ਰਚੀ, ਚੌਥੇ ਰਚੀ। ਇਹ ਸਾਰੀ ਬਾਣੀ ਗੋਇੰਦਵਾਲ ਸਾਹਿਬ ਜਮ੍ਹਾਂ ਰੱਖਾ ਦਿੱਤੀ, ਬਾਬਾ ਮੋਹਨ ਜੀ ਕੋਲ ਸੰਭਾਲ ਦਿੱਤੀ।
ਪੰਜਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ, ਉਹਨਾਂ ਨੇ ਸਾਰੀ ਬਾਣੀ ਇੱਕ ਬੀੜ ਵਿੱਚ ਇਕੱਤਰ ਕਰ ਦਿੱਤੀ। ਔਰ ਛੇਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ, ਉਹਨਾਂ ਨੇ ਵਾਰਾਂ ਦੇ ਉੱਪਰ ਜੋਧਿਆਂ ਦੀਆਂ ਧੁਨੀਆਂ ਚੜ੍ਹਾ ਦਿੱਤੀਆਂ ਤਾਂ ਕਿ ਜਿਹੜੀ ਮੇਰੀ ਸਿੱਖ ਸੰਗਤ ਹੈ ਇਹਨਾਂ ਅੰਦਰ ਜੋਸ਼ ਵੀ ਹੋਵੇ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਰਚੀ, ਉਹਦੇ ਵਿੱਚ ਪੁਰਾਤਨ ਜੰਗਾਂ ਦੀਆਂ ਗੱਲਾਂ ਹਨ, ਕਿਸ ਤਰ੍ਹਾਂ ਇੱਕ ਦੇਵੀ ਸ਼ਕਤੀ ਨੇ ਵੱਡੇ ਵੱਡੇ ਦੈਂਤਾਂ ਦਾ ਨਾਸ਼ ਕੀਤਾ, ਰਕਤ ਬੀਜ ਦਾ ਨਾਸ਼ ਕੀਤਾ ਜਿਹੜਾ ਖਤਮ ਹੀ ਨਹੀਂ ਸੀ ਹੁੰਦਾ ਕਿਸੇ ਤੋਂ। ਇਸੇ ਤਰ੍ਹਾਂ ਤਾਂ ਜਦੋਂ ਸਿੰਘ ਜੰਗ ਦੇ ਵਿੱਚ ਉਸ ਵਾਰ ਨੂੰ ਪੜ੍ਹਦੇ ਹਨ ਤੇ ਉਹਨਾਂ ਨੂੰ ਜੋਸ਼ ਆਉਂਦਾ। ਇੱਕ ਪੰਗਤੀ ਆਉਂਦੀ ਹੈ ਕਿ ਜਦੋਂ ਤਲਵਾਰ ਚਲਾਈ ਅਸਵਾਰ ਨੂੰ ਵੱਢ ਕੇ, ਘੋੜੇ ਨੂੰ ਵੱਢ ਕੇ, ਧਰਤੀ ਦੇ ਵਿੱਚ ਖੁੱਭ ਕੇ ਤਲਵਾਰ ਥੱਲੇ ਜਾ ਕੇ ਬਲਦ ਦੇ ਸਿੰਘਾਂ 'ਤੇ ਜਾ ਖੜੀ। ਭਾਵੇਂ ਥੱਲੇ ਬਲਦ ਕੋਈ ਨਹੀਂ, ਪਰ ਇਹਦੇ ਵਿੱਚ ਇਹ ਬਿਆਨ ਕੀਤਾ ਕਿ ਕਿੰਨੀ ਤਾਕਤ ਹੋਊਗੀ ਉਹਦੇ ਵਿੱਚ। ਜਿਹਨੇ ਪਹਿਲਾਂ ਘੋੜੇ 'ਤੇ ਬੈਠੇ ਸਵਾਰ ਨੂੰ ਵੱਢਿਆ ਅਤੇ ਫਿਰ ਘੋੜੇ ਨੂੰ ਵੱਢਿਆ ਅਤੇ ਫਿਰ ਘੋੜੇ ਨੂੰ ਵੱਢਦੀ ਹੋਈ ਤਲਵਾਰ ਧਰਤੀ 'ਚ ਖੁੱਭੀ ਅਤੇ ਜਾ ਕੇ ਜਿਹੜਾ ਹੈ ਬਲਦ ਦੇ ਸਿੰਘਾਂ 'ਤੇ ਖੜ੍ਹ ਗਈ, ਭਾਵ ਪਤਾਲਾਂ ਵਿੱਚ ਚਲੀ ਗਈ। ਜਦੋਂ ਇਹ ਚੀਜ਼ਾਂ ਸਿੰਘ ਜੰਗਾਂ ਯੁੱਧਾਂ ਵੇਲੇ ਪੜ੍ਹਦੇ ਸਨ, ਚੰਡੀ ਦੀ ਵਾਰ ਨੂੰ ਗਾਉਂਦੇ ਸਨ, ਉਹਨਾਂ ਵਿੱਚ ਇੰਨਾ ਜੋਸ਼ ਆ ਜਾਂਦਾ ਸੀ ਕਿ ਕੱਲਾ ਕੱਲਾ ਲੱਖਾਂ ਨੂੰ ਡੱਕਰੇ ਕਰ ਦਿੰਦਾ ਸੀਗਾ। ਜਿਵੇਂ ਜ਼ਿਮੀਂਦਾਰ ਫਸਲ ਵੱਢ ਕੇ ਲੰਮੀ ਪਾ ਦਿੰਦਾ। 1.25 ਲੱਖ ਸੇ ਏਕ ਲੜਾਊਂ ਤਵੈ ਗੋਬਿੰਦ ਸਿੰਘ ਨਾਮ ਕਹਾਊਂ। ਤਾਂ ਸੂਰਜ ਪ੍ਰਕਾਸ਼ ਦੇ ਵਿੱਚ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਵਿੱਚ ਇਹ ਬਚਨ ਲਿਖੇ ਹਨ। ਸ੍ਰੀ ਸਤਿਗੁਰ ਦਿਖ ਲੱਗੇ ਦੀਵਾਨ, ਬੁੱਢੇ ਆਲਕ ਸਭ ਇੱਕ ਠਾਣ। ਹਰ ਗੋਬਿੰਦ ਕੋ ਕਹਾ ਸੁਨਾਈ, ਆਗਿਆ ਮੋੜ ਸੁਣੋ ਚਿਤ ਲਾਈ। ਪਹਿਲਾਂ ਬਾਬਾ ਬੁੱਢਾ ਜੀ ਹੋਰਾਂ ਨੇ ਕਿਤੇ ਬੇਨਤੀ ਕੀਤੀ ਸੀ ਅਤੇ ਅੱਜ ਗੁਰੂ ਸਾਹਿਬ ਨੇ ਫਿਰ ਹੁਕਮ ਦਿੱਤਾ। ਸਾਹਿਬ ਬੁੱਢੇ ਬਚਨ ਬਖਾਨਾ, ਤੁਮ ਕਰਨੇ ਹੈ ਜੁੱਧ ਮਹਾਨਾ। ਗ੍ਰੰਥ ਬੀੜ ਹਮ ਜੋਏ ਲਿਖਾਈ, 22 ਵਾਰ ਸੁਣੋ ਮਨ ਲਾਈ। ਮਨ ਪਸੰਦ ਸੁਣ ਵਾਰ ਜੋ ਪਾਵੈ, ਤਬੈ ਧੁਨਾ ਤੁਮ ਤਾਹੇ ਚੜਾਵੈ। ਬਾਣੀ ਔਰ ਨਹੀਂ ਤੁਮ ਕਰਨੀ, ਸਤ ਬਚਨ ਸੁਣ ਹੋ ਮਮ ਸਰਬਣੀ। ਤਾਂ ਇਹ ਬਚਨ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਗ੍ਰੰਥ ਵਿੱਚ ਲਿਖੇ ਨੇ। ਬਾਬਾ ਬੁੱਢਾ ਜੀ ਗੁਰੂ ਘਰ ਦੇ ਵਜ਼ੀਰ ਹਨ, ਉਹ ਗੁਰੂ ਨੂੰ ਸਲਾਹ ਵੀ ਦੇ ਸਕਦੇ ਆ, ਗੁਰੂ ਦੀ ਸਲਾਹ ਲੈ ਵੀ ਸਕਦੇ ਆ। ਤਾਂ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਹੋਰ ਬਾਣੀ ਤਾਂ ਨਹੀਂ ਉਚਾਰਨ ਕਰਨੀ, ਜੰਗ ਯੁੱਧ ਕਰਨੇ ਹੈ, ਪਰ ਕਿਰਪਾ ਕਰਕੇ ਕੁਛ ਤਾਂ ਹਿੱਸਾ ਪਾਓ। ਅਤੇ ਉਹ ਕਹਿਣ ਲੱਗੇ ਫਿਰ ਜਿਹੜੀਆਂ ਵਾਰਾਂ ਹਨ ਇਹਨਾਂ ਨੂੰ ਇਹਨਾਂ ਧੁਨਾਂ 'ਤੇ ਗਾਉਣਾ ਕਰੋ। ਅਤੇ ਫਿਰ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਅਕਾਲ ਤਖਤ ਸਾਹਿਬ ਵਿਰਾਜਮਾਨ ਸਨ ਦੀਵਾਨ ਵਿੱਚ, ਜਿਸ ਨੂੰ ਪਹਿਲਾਂ ਅਕਾਲ ਬੁੰਗਾ ਕਹਿੰਦੇ ਸੀਗੇ। ਪਹਿਲਾਂ ਤੰਬੂ ਲਾਇਆ ਗਿਆ ਥੜਾ ਬਣਾ ਕੇ, ਫਿਰ ਇਸ ਦੇ ਉੱਤੇ ਉਸਾਰੀ ਕੀਤੀ ਗਈ ਬਿਲਡਿੰਗ ਦੀ, ਜਿਸ ਨੂੰ ਅੱਜ ਅਸੀਂ ਅਕਾਲ ਤਖਤ ਸਾਹਿਬ ਕਹਿੰਦੇ ਹਾਂ। ਅਤੇ ਸਤਿਗੁਰਾਂ ਦੇ ਦੀਵਾਨ ਵਿੱਚ ਢਾਡੀ, ਨੱਥਾ ਅਤੇ ਅਬਦੁੱਲਾ ਬੈਠੇ ਸਨ। ਉਹਨਾਂ ਨੂੰ ਕਿਹਾ ਕਿ ਸਾਨੂੰ ਪਿਛਲੇ ਹੋਏ ਸੂਰਮਿਆਂ ਦੀਆਂ ਵਾਰਾਂ ਸੁਣਾਓ, ਕਿਉਂਕਿ ਨੌਜਵਾਨਾਂ ਵਿੱਚ ਜੋਸ਼ ਭਰਨਾ, ਸਿੱਖਾਂ ਦੇ ਵਿੱਚ ਜੋਸ਼ ਭਰਨਾ, ਅਸੀਂ ਜੰਗ ਕਰਨੇ ਹਨ। ਸੂਰਮਿਆਂ ਦੀਆਂ ਵਾਰਾਂ ਸੁਣਾਓ। ਤਾਂ ਢਾਡੀ ਅਬਦੁੱਲਾ ਭਿੰਨ ਭਿੰਨ ਸਾ ਵਾਰ ਉਚਾਰੈ, ਭਾਵੇਂ ਕਿ ਹੋਰ ਢਾਡੀ ਵੀ ਵਾਰਾਂ ਗਾਉਂਦੇ ਸਨ, ਪਰ ਅਬਦੁੱਲੇ ਦੀ ਕੋਈ ਅਲੱਹਦਾ ਹੀ ਆਵਾਜ਼ ਸੀ, ਸੁੰਦਰ ਸੀ। ਢਾਡੀ ਅਬਦੁੱਲਾ ਬੜ ਸ਼ਬਦ ਧਾਰੈ, ਧੁਨ ਜੋ ਤਬਾਈ ਵਾਰ ਸੁਣਾਈ। ਅਤੇ ਇਸ ਢਾਡੀ ਅਬਦੁੱਲੇ ਨੇ 22 ਵਾਰਾਂ ਦੇ ਵਿੱਚੋਂ ਸੂਰਮਿਆਂ ਦੀ ਤਰਜ਼ 'ਤੇ ਵਾਰ ਸੁਣਾਈ ਢੱਡ ਸਾਰੰਗੀ ਨਾਲ। ਸਭ ਤੋਂ ਪਹਿਲਾਂ ਅਬਦੁੱਲੇ ਨੇ ਸੁਣਾਈ, ਦੋਏ ਮਾਸ ਮੈਂ ਨਿਜ ਮਨ ਲਾਈ। 2 ਮਹੀਨਿਆਂ ਦੇ ਵਿੱਚ ਉਸਨੇ ਇਹ ਸਾਰੀਆਂ ਵਾਰਾਂ ਤਿਆਰ ਕੀਤੀਆਂ। ਗੁਰੂ ਸਾਹਿਬ ਦਾ ਹੁਕਮ ਪਾ ਕੇ
ਗੁਰਬਾਣੀ ਦੀਆਂ ਵਾਰਾਂ ਨੂੰ 9 ਧੁਨਾਂ ਦੇ ਨਾਲ ਕਿਵੇਂ ਗਾਉਣਾ, ਇਹ ਢਾਡੀ ਅਬਦੁੱਲੇ ਦੀ ਡਿਊਟੀ ਲਾਈ ਗਈ ਵੀ ਦੱਸ ਇਹਨਾਂ ਨੂੰ ਕਿਵੇਂ ਗਾਉਣਾ। ਜਿਵੇਂ ਅਸੀਂ ਆਸਾ ਦੀ ਵਾਰ ਦਾ ਪਾਠ ਵੀ ਕਰ ਸਕਦੇ ਹਾਂ, ਪਰ ਰਾਗੀ ਸਿੰਘ ਸਾਨੂੰ ਗਾ ਕੇ ਵੀ ਸੁਣਾਉਂਦੇ ਆ, ਕੋ ਸਤਨਾਮ ਸ੍ਰੀ। ਤਾਂ ਜਿਸ ਵੇਲੇ ਉਸਨੇ 9 ਧੁਨਾਂ 'ਤੇ ਵਾਰਾਂ ਨੂੰ ਗਾ ਕੇ ਸੁਣਾਉਣਾ ਕੀਤਾ, 9 ਧੁਨ ਉੱਪਰ ਵਾਰ ਚੜ੍ਹਾਈ, ਕਰੇ ਯਾਦ ਗੁਰ ਅਰਜਨ ਬੈਣਾ, ਮਨ ਪਸੰਦ ਚਾੜੇ ਧਰ ਚੈਣਾ। ਭਗਤ ਸਿੰਘ ਜੋ ਗੁਰ ਕੋ ਭਾਈ, ਹਰ ਗੋਬਿੰਦ ਤੁਨ ਸੋਏ ਚੜ੍ਹਾਈ। ਸਾਹਿਬ ਬੁੱਢੇ ਕੀ ਤਬੈ, ਸੁਣੀ ਗੁਰ ਆਗਿਆ ਪਾਏ। 9 ਧੁਨ ਚਾੜੀ ਵਾਰ ਕੀ, ਸੁਣੈ ਸੋਏ ਚਿਤ ਲਾਏ। ਇਸ ਤਰ੍ਹਾਂ 9 ਧੁਨਾਂ ਜਿਹੜੀਆਂ ਸਨ, ਮਲਕ ਮਰੀਦ ਚੰਦਰਹੜਾ ਯੁੱਧ 'ਤੇ, ਤਾਂ ਕਿ ਧੁਨ ਸੁਣ ਕੇ ਵਾਰ ਮਾਝ ਕੀ ਚੜ੍ਹਾਈ। ਕਮਾਲ ਰਾਏ ਧਰ ਕ੍ਰੋਧ, ਮੋਜ ਦੀ ਜਿਉਂ ਕੀਨੋ ਜੋਧ। ਜਿਵੇਂ ਇਹਨਾਂ ਦੀ ਲੜਾਈ ਹੋਈ, ਜੰਗ ਹੋਇਆ, ਤਾਂ ਕਿ ਧੁਨ ਸੁਣ ਗੌੜੀ ਕੀ ਲਿਖਾਈ। ਟੁੰਡੇ ਅਸ ਭਇਓ ਜਸ ਕੀਨੋ, ਵੱਡੋ ਜੁੱਧ ਰਸ ਧੁਨ ਸੋ, ਅਪਾਰ ਤਾਹੇ ਆਸਾ ਵਾਰ ਪਾਈ ਹੈ। ਸਿਕੰਦਰ ਸੋ ਵੱਡੋ ਬਲ, ਬ੍ਰਹਮ ਸੋ ਜੁੱਧ ਭਲ, ਤਾਂ ਕਿ ਧੁਨ ਵੈਰੀ ਦਲ ਗੂਜਰੀ ਧਰਾਈ ਹੈ। ਇਸ ਤਰ੍ਹਾਂ ਸਤਿਗੁਰਾਂ ਨੇ ਇਹ ਜਿਹੜੀਆਂ ਸਾਰੀਆਂ 9 ਧੁਨਾਂ ਸਨ, ਸਤਿਗੁਰਾਂ ਨੇ ਇਸ ਤਰ੍ਹਾਂ ਧਰਾਉਣੀਆਂ ਕੀਤੀਆਂ, ਭਾਵ ਚੜਾਉਣੀਆਂ ਕੀਤੀਆਂ। ਸੁਣ ਕੇ ਧੁਨ ਔਰ ਲੱਲਾ ਬਹਿਲੀਮ ਕੀ ਜੁੱਧ, ਕੀਓ ਵਡਹੰਸ ਚੜ੍ਹਾਈ ਹੈ। ਜਿਵੇਂ ਲੱਲਾ ਬਹਿਲੀਮਾਂ ਦਾ ਯੁੱਧ ਹੋਇਆ, ਉਸੇ ਤਰ੍ਹਾਂ ਹੀ ਸਤਿਗੁਰਾਂ ਨੇ ਫਿਰ ਇਸ ਨੂੰ ਵਡਹੰਸ ਦੀ ਵਾਰ ਗਾਉਣ ਦਾ ਹੁਕਮ ਦਿੱਤਾ, ਇਸੇ ਧੁਨ 'ਤੇ। ਜੋਧ ਜੋ ਵੀਰ ਭਇਓ ਰਣਧੀਰ ਪੂਰਬਾਣੀ, ਸੋ ਰਸ ਰੁਦਰ ਮਚਾਈ ਹੈ। ਸੋ ਧੁਨ ਰਾਮ ਕਲੀ ਸ਼ੁਭ ਰਾਗ ਮੇ, ਹੋਏ ਦਿਆਲ ਗੁਰੂ ਲਖਵਾਈ ਹੈ। ਉਹਦੇ ਵਿੱਚ ਰਾਮ ਕਲੀ ਵਾਰ 'ਤੇ ਉਹਨਾਂ ਦਾ ਨਾਮ ਚੜ੍ਹਾਉਣਾ ਕੀਤਾ। ਇਸੇ ਤਰ੍ਹਾਂ ਮਹਿਮੇ ਹਸਨੇ ਜਿਮ ਜੁੱਧ ਕੀਓ, ਧੁਨ ਸੁੰਦਰ ਸਾਰੰਗ ਵਾਰ ਧਰਾਈ ਹੈ। ਪੁਨ ਰਾਣੇ ਕੈਲਾਸ਼ ਮਾਲ ਦੇਵ ਜਿਮ ਜੁੱਧ ਕੀਓ, ਤੇਹ ਧੁਨ ਗੁਰੂ ਪ੍ਰਕਾਸ਼ ਮਲਾਰ ਮਾਰ ਮੈਂ ਸੋ ਲਿਖਾਈ ਹੈ। ਮੂਸੇ ਬਾਰ ਕੀ ਧੁਨ ਸੁਣੀ ਸ਼੍ਰੀ ਗੁਰੂ ਮਨ ਹਰਖਾਏ। ਵਾਰ ਕਾਨੜੇ ਕੀ ਪਰ ਲਿਖੀ ਸੋ ਧੁਨ ਗੁਰੂ ਪ੍ਰਗਟਾਏ। ਇਹ ਸਾਰਾ ਇਤਿਹਾਸ ਜਿਹੜਾ ਹੈ ਸਾਨੂੰ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚੋਂ ਮਿਲ ਸਕਦਾ ਹੈ। ਤਾਂ ਵਾਰ ਜਿਹੜਾ ਹੈ ਇਹ ਸੰਸਕ੍ਰਿਤ ਦਾ ਸ਼ਬਦ ਹੈ, ਵਾਰਤਾ। ਜਿਵੇਂ ਆਪਾਂ ਕਿਸੇ ਨੂੰ ਕਹਾਣੀ ਸੁਣਾਈਏ, ਅਤੇ ਕਹਾਣੀ ਵਿੱਚ ਕਈ ਵਾਰੀ ਰਸ ਬਣ ਜਾਂਦਾ ਬਹੁਤ ਜ਼ਿਆਦਾ, ਕਈ ਵਾਰ ਨਹੀਂ ਬਣਦਾ। ਢਾਡੀ ਵਾਰਾਂ ਉਸੇ ਕਹਾਣੀ ਨੂੰ ਗਾ ਕੇ ਸੁਣਾਉਂਦੇ ਆ। ਵਾਰਤਾ ਗੱਲਬਾਤ, ਉਸ ਵਾਰਤਾ ਨੂੰ ਗਾ ਕੇ ਸੁਣਾਇਆ ਤਾਂ ਉਹਦਾ ਸ਼ਬਦ ਬਣ ਗਿਆ ਵਾਰ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਪਿਛਲੇ ਹੋਏ ਵਾਕਿਆਂ ਬਾਬਤ ਹਾਲ, ਕਥਾ, ਉਪਕਥਨ, ਕਥਨ, ਵਾਰਤਾ, ਪਹਿਲਾਂ ਇਹ ਪਦ ਸਾਰੀ ਘਟਨਾ ਦੀਆਂ ਖਬਰਾਂ, ਜੰਗਾਂ ਯੁੱਧਾਂ ਦੀਆਂ ਖਬਰਾਂ ਵਰਤੀਂਦਾ ਸੀ। ਉਹਨਾਂ ਦੇ ਹਾਲਾਤ ਨੂੰ ਕਥਾ ਰੂਪ ਵਰਣਨ ਤੋਂ ਬਾਅਦ ਕਾਵਿਆ ਰਚਨਾ ਵਿੱਚ ਕੀਤਾ ਗਿਆ। ਇਹਨੂੰ ਕਹਿੰਦੇ ਆ ਵਾਰ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ। ਉਸ ਵੇਲੇ ਗੁਰੂ ਜੀ ਨੇ ਸਿੱਖਾਂ ਨੂੰ ਯੋਧੇ ਬਣਾਉਣ ਵਾਸਤੇ, ਧਰਮ ਦੀ ਰੱਖਿਆ ਕਰਨ ਵਾਸਤੇ ਸ਼ਸਤਰਧਾਰੀ ਆਪ ਹੋਏ, ਸਿੱਖਾਂ ਨੂੰ ਵੀ ਸ਼ਸਤਰ ਧਾਰਨ ਦਾ ਹੁਕਮ ਦਿੱਤਾ। 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਾ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਇਹ 2 ਤਲਵਾਰਾਂ ਸਤਿਗੁਰਾਂ ਨੇ ਪਹਿਨੀਆਂ। ਉਸ ਤੋਂ ਬਾਅਦ ਸਤਿਗੁਰਾਂ ਨੇ ਅਕਾਲ ਤਖ਼ਤ ਸੂਰਮਿਆਂ ਦੀਆਂ ਵਾਰਾਂ ਨੱਥੇ ਅਬਦੁੱਲੇ ਢਾਡੀਆਂ ਕੋਲੋਂ ਸੁਣੀਆਂ। ਉਹਨਾਂ ਵਾਰਾਂ ਵਿੱਚ ਜਿਹੜੀਆਂ ਧੁਨੀਆਂ ਪਸੰਦ ਆਈਆਂ ਸਤਿਗੁਰਾਂ ਨੂੰ, ਉਹਨਾਂ ਧੁਨੀਆਂ ਦੇ ਮੁਤਾਬਕ ਸਿੱਖਾਂ ਨੂੰ ਬਾਣੀ ਗਾਉਣ ਦਾ ਹੁਕਮ ਦਿੱਤਾ। ਕਿਉਂਕਿ ਧੁਨੀ ਵਿੱਚੋਂ, ਤਰਜ ਵਿੱਚੋਂ ਸਾਨੂੰ ਉਹ ਗੱਲ ਯਾਦ ਆ ਜਾਂਦੀ ਹੈ। ਜੇ ਕਿਸੇ ਗਾਣੇ ਦੀ ਧੁਨੀ ਕਿਸੇ ਸ਼ਬਦ ਨੂੰ ਲਾ ਦਈਏ ਤਾਂ ਸੁਣਨ ਵਾਲਿਆਂ ਨੂੰ ਸ਼ਬਦ ਤਾਂ ਯਾਦ ਘੱਟ ਆਉਂਦਾ, ਪਹਿਲਾਂ ਉੱਧਰ ਧਿਆਨ ਜਾਂਦਾ ਵੀ ਆਹ ਤਾਂ ਯਾਰ ਤਰਜ ਫਲਾਣੇ ਗਾਣੇ ਦੀ ਆ।
पर गुरु साहब ने बाणी किसी गाणियां ते गाउण का हुक्म नहीं दिता सानू। योधियां दियां कुर्बानियां, जंगां युद्धां जित्तां नूं प्रगट करके अपने सिखां नूं योधे सूरमे बनाउण वास्ते नाल नाल ये गुरबाणी भी सुन ते नाल नाल इन्हां दे अंदर ओह जोश भी भर जावे जद गुरबाणी नूं वारां विच गाउणगे, जद गुरबाणी नूं ढाडियां दे राही सुणनगे। भावें कि अज सानू ये गुरबाणी दीयां वारां ढाडियां दे राही सुणन दा समां नहीं मिलदा, गाउंदे नहीं ਉਹ होर इतिहास गा दिंदे आ, पर कदे आसा जी दी वार दी बाणी तो बगैर दूसरियां वारां नूं कदे ढाडियां ने गा के नहीं सुनाया सानू। पर उस वेले नत्थे अब्दुल्ले वर्गिया ने सुनाया सी गुरु साहब नूं। तो सिखां नूं जोश ते होश, बाणी होश दिंदी है ते गाउण दा ढंग है जिहड़ा योधियां सूरमियां दीयां वारां ये जोश दिंदा है, क्योंकि जोश दे नाल होश दी बड़ी लोड़ है। ते सतगुरां ने दोने इकट्ठे कीते। दो तलवारां भगती ते शक्ति है, शक्ति है ते भगती नाल जरूरी है, क्योंकि भगती ही शक्ति नूं कंट्रोल करके रखदी है। ते भगती विचों शक्ति पैदा हुंदी है, शक्ति नाल भगती नूं रोकण वाले जालमां दा सौदा लाया जा सकदा। जिस तरह एक जिमींदार किसान फसल नूं बीजदा है ते जदों वो फसल हरी भरी वड्डी हो जाती है, फुट 2 फुट, फिर उहनूं आवारा पशु खान आ जाते आ, ते फिर जिमींदार नूं उहदे आसे पासे लोहे की वाड़, कंडियां की वाड़, तार की वाड़ करनी पैंदी है बचाउण वास्ते। सिੱਖੀ ਦਾ बीज बीजिया बाबे नानक ने। 5वें जामे तक सिੱਖੀ प्रफुल्लित हुई आ बहुत ज़्यादा, पर मौके दियां सरकारां ने, जिवें जहांगीर होया, जहांगीर दा वजीर चंदू होया हिंदू, चंदू हिंदू मैनूं क्यों कहना पै रहा, क्योंकि इन्हां लोकां नूं सिੱਖੀ नूं चंगा नहीं सी समझिया उस वेले। ये चाहुंदे सी कि जिहड़ी सिੱਖੀ है ये साडे खिलाफ जा रही है, पर सिੱਖੀ तो सारियां वास्ते है। और उन्होंने समय समय ते कोशिश की भी ये जिहड़ा नवां पंथ चलाया बाबे नानक ने चलाया सिੱਖੀ का मार्ग, इनू बंद कराया जाए। इतिहास दसदा है कि तीजे पातशाह ते केस किया गया सीगा, बई ना ये साडे वेद पढ़ते हैं, ना ये साडे मुताबक चलते हैं, ये आपकी नवीं बाणी रचनी शुरू कर दी, इन्हों बंद किया जाए। ना ये मंदिर भी जाते हैं, क्योंकि मंदिर भी जाना असीं बंद कर दिता। असीं हरि दे उपासकां, परमेश्वर के उपासकां, बुत्तां दे नहीं। तो इन्हां लोकां ने फिर कोशिश की सी बई इनू बंद किया जाए। जिवें शुरुआत विच ही बाबे नानक का विआह सी बटाला साहिब, ते गुरु प्यारिओ उस तरह जब विआह होया शब्द की परिक्रमा करके, मूल मंत्र की परिक्रमा करके विआह होया सतगुरां दा, शब्द की एक ओंकार की परिक्रमा करके विआह होया, शादी हुई। उस वेले भी उन्होंने ब्राह्मणों ने चंगा नहीं समझिया भी इन्हों ने अग दे फेरे क्यों नहीं ले, भी जे सिखां दा गुरु अग दे फेरे लै लैंदा फिर सारे सिख ही लै लैंदे, पर बाबे नानक ने ही लाइन तोड़ दी। ओह को सतनाम श्री शब्द की परिक्रमा की और 4 परिक्रमा करके विआह हो गया। उस तो बाद तीजे पातशाह जी ने रामदास जी को किसी गरीब सिख का उसकी लड़की का विआह करने लई भेजिया, क्योंकि वो आया सी बेनती करन के महाराज साडे गरीबी बड़ी है तो ब्राह्मण पैसे बहुत मंगते आ लावां कराउण दे, फेरे कराउण दे। तीजे पातशाह ने अपने सेवक जेठा जी को भेजिया, पुत्र जा शब्द रख के विचाले चौंकी ते परिक्रमा करा दिओ, बस ब्याह हो जाऊगा। फिर चौथे पातशाह गद्दी ते बैठे, उन्होंने साडे वास्ते लावां ही रच दित्तियां 4, कोई ये ना कहे कि तुहाडे किहड़े शब्द है ब्याह वाले। तो इस करके जदों ये सिੱਖੀ प्रफुल्लित हुई तो 5वें पातशाह जी को शहीद किया गया मौके की सरकार वालों, जहांगीर वालों, जिहदा कि वजीर चंदू सी, हिंदू सी, पापी दुष्ट।
जिसने पहला गुरु घर नूं मोरी दसिया, अपने आप नूं चवारा दसिया ते मुड़ के उस नूं हत्थां नाल कहंदे गंढां दित्तियां, दंदां नाल खोलणियां पैंदियां, ਉਹ तो भी नहीं खुलियां। भाव उहने कोशिश कीती मगरों बहुत कि मेरी लड़की नूं विआह के लै जाओ, पर संगतां कहंदियां पातशाह इहदी लड़की नहीं विआहणी, आपां ये खराब करूगा, ये हंकारी वजीर है। पातशाह कहंदे ठीक है, आपां इन्ना साथ लैंदे नहीं। जिस दी किड़ कढ़दियां होइयां चंदू ने पंजवें पातशाह नूं शहीद कीता ते छेवें पातशाह जी ने शस्त्र धारण कीते, 2 तलवारी बधियां, एक मीरी दी एक पीरी दी। ਤਾਂ ਗੁਰੂ ਪਿਆਰਿਓ ਸਿੱਖਾਂ ਨੂੰ ਯੋਧੇ ਬਣਾਉਣ ਵਾਸਤੇ, ਧਰਮ ਦੀ ਰੱਖਿਆ ਕਰਨ ਵਾਸਤੇ ਆਪ ਸ਼ਸਤਰਧਾਰੀ ਹੋਏ, ਮੇਰੀ ਪੀਰੀ ਤਲਵਾਰਾਂ ਪਹਿਨੀਆਂ। ਸਤਿਗੁਰੂ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਸੂਰਮਿਆਂ ਦੀਆਂ ਵਾਰਾਂ ਨੱਥੇ ਅਬਦੁੱਲੇ ਢਾਡੀਆਂ ਕੋਲੋਂ ਗਵਾਉਣੀਆਂ ਸ਼ੁਰੂ ਕੀਤੀਆਂ। ਇੱਥੋਂ ਢਾਡੀ ਜਿਹੜੇ ਹਨ ਗੁਰੂ ਘਰ ਦੇ ਵਿੱਚ ਐਡ ਹੁੰਦੇ ਆ, ਭਾਵ ਆਉਣਾ ਆਰੰਭ ਕਰਦੇ ਹਨ। ਔਰ ਢਾਡੀਆਂ ਨੂੰ ਹੁਕਮ ਦਿੱਤਾ ਗਿਆ कि पिछले पहर रोजाना सानू योधियां दियां वारां सुनाइयां जान। इन्हां नौजवानों दसो कि कैसे कैसे योधे होए है, क्योंकि वारां सुन के ही जोश आउंदा है। चंडी दी वार नूं तुसीं लगातार पढ़ के देखो, तुहानूं भी ऐ लगू यार है ये तो इन्ना ही काम है, सौखा ही काम है। दुश्मन का बदला लेना होवे तो इस तरह मारिया जा सकता है। इस तरह गुरु प्यारिओ सतगुरु पातशाह जी ने फिर अब्दुल्ले वर्गे ढाडियां कोलों वारां सुनियां ਤੇ ਜਿਹੜੀਆਂ ਧੁਨੀਆਂ ਵਾਰਾਂ ਦੀਆਂ ਤਰਜਾਂ, ਜਿਹਨੂੰ ਅਸੀਂ ਪੰਜਾਬੀ 'ਚ ਕਹਿ ਦਈਏ ਤਰਜਾਂ, ਉਹਨੂੰ ਧੁਨੀ ਕਹਿੰਦੇ ਆ। ਧੁਨੀਆਂ ਜਿਹੜੀਆਂ ਸਤਿਗੁਰਾਂ ਨੂੰ ਪਸੰਦ ਆਈਆਂ, ਸਤਿਗੁਰਾਂ ਨੇ ਉਹਨਾਂ ਧੁਨੀਆਂ ਮੁਤਾਬਕ ਇਹ ਜਿਹੜੀਆਂ ਵਾਰਾਂ ਸੀ ਇਹ ਗਾਉਣ ਦਾ ਹੁਕਮ ਦਿੱਤਾ। ਔਰ ਸਰੋਤੇ ਸ਼ਬਦਾਂ ਦਾ ਅਰਥ ਸਮਝ ਸਕਣ ਨਾਲ ਪੌੜੀ ਲਾਉਣੀ। ਪੁਰਾਤਨ ਰਬਾਬੀਆਂ ਅਤੇ ਰਾਗੀਆਂ ਦਾ ਖਾਸ ਹੁਨਰ ਹੁੰਦਾ ਸੀ, ਕਿਉਂਕਿ ਪੌੜੀ ਦੇ ਵਿੱਚ ਸ਼ਲੋਕ ਮਹੱਲਾ ਤੇ ਮਹੱਲੇ ਦੇ ਅਰਥ ਹੁੰਦੇ ਆ। ਜਿਹੜੀਆਂ ਵਾਰਾਂ ਆਪਾਂ ਹੁਣ ਅਰਥ ਕਰਾਂਗੇ ਨਾ, ਅੱਗੇ ਇਸ ਰਾਗ ਸ਼੍ਰੀ ਰਾਗ ਕੀ ਵਾਰ 'ਤੇ ਪਹੁੰਚੇ ਹਾਂ, ਤਾਂ ਪੌੜੀਆਂ ਦੇ ਵਿੱਚ ਪਿਛਲੇ ਦੋਨਾਂ ਸ਼ਬਦਾਂ ਦੇ ਅਰਥ ਹੁੰਦੇ ਆ। ਹਮੇਸ਼ਾ ਵਾਰ ਦੇ ਵਿੱਚ 3-3 ਸ਼ਬਦ ਹਨ, ਸ਼ਲੋਕ ਮਹੱਲਾ, ਮਹੱਲਾ ਅਤੇ ਪੌੜੀ। ਮੱਧ ਘੱਟ ਵੀ ਹੋ ਸਕਦੇ ਆ, ਕਿਸੇ ਵਿੱਚ 2-2 4-4 ਸ਼ਬਦ ਵੀ ਹੋ ਸਕਦੇ ਆ। ਤਾਂ ਇਸ ਤਰ੍ਹਾਂ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ ਇਹ ਸਾਰੀਆਂ 22 ਵਾਰਾਂ ਦੇ ਵਿੱਚ ਜਿਹੜਾ ਸੀ ਚੜਾਉਣਾ ਸ਼ੁਰੂ ਕੀਤਾ। ਔਰ ਇਸ ਕਰਕੇ ਧੁਨੀਆਂ ਜਿਹੜੀਆਂ ਹਨ ਇਹ ਛੇਵੇਂ ਪਾਤਸ਼ਾਹ ਜੀ ਦੀ ਰਚਨਾ ਹੈ। ਉਸ ਤੋਂ ਪਹਿਲਾਂ ਸਤਿਗੁਰਾਂ ਨੇ ਵਾਰਾਂ ਲਿਖੀਆਂ ਸਨ। ਅੱਜ ਦੀ ਵਾਰ ਆਪਾਂ ਆਰੰਭ ਕਰਦੇ ਹਾਂ। ਔਰ ਸਤਿਗੁਰੂ ਪਾਤਸ਼ਾਹ ਜੀ ਰਾਗ ਸ਼੍ਰੀ ਰਾਗ ਕੀ ਪਹਿਲੀ ਵਾਰ ਲਿਖਦੇ ਹਨ, ਜਿਹੜੀ ਇਹਦੇ ਵਿੱਚ ਧੁਨੀ ਨਹੀਂ ਚੜੀ ਹੋਈ, ਅੱਗੇ ਚੱਲ ਕੇ ਧੁਨੀਆਂ ਚੱਲਦੀਆਂ ਹਨ। ਖੈਰ ਆਓ ਆਰੰਭ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ। परिपूर्ण परमेश्वर परमात्मा एक है। उसे दा हुक्म सारी दुनिया भी चलता है। वो अद्विती है, भाव उहदे वर्गा कोई दूसरा नहीं। सुंदर है, सत्यम है, शिवम शक्तियां दा मालक है। सतगुर वो सत है, साडे जीवन दा गुर है। साडे जीवन नूं सही मार्ग देण वाला परमेश्वर दा नाम है। सतगुर प्रसाद ऐसा परमेश्वर सच्चे गुरु की कृपा नाल मिलदा। आओ गुरु की कृपा लईए। पिछे भी जब समाप्ति की शब्द की पातशाह जी ने तो वणजारियां ने पूछया सी महाराज ऐसा परमेश्वर किवें मिले, तो सतगुरु कह रहे सीगे गुरु वाले बन के जिनको पूर्व लिखिया से आए मिले गुर पास। जिन्हां दे वड्डे भाग हन वो गुरु कोल पहुँच जाते हैं। से आए मिले गुर पास, सेवक भाए वणजारिया मित्रा। सेवा भावना दे नाल, सेवक भाए सेवा भावना दे नाल मित्रो
गुर हर हर नाम प्रगास। गुरु सिख दे अंदर हरि दा नाम बख्शद है। जे सिख च सेवा भावना होवे तां आपे सेवा लाईअन आपे बख्श करे। सबना का माँ प्यो आप है आपे सार करे। ऐसा गुरु है। कहंदे जे सिख सेवा भावना दे नाल गुरु चरना चाहुंदा है तो गुरु उहदे अंदर नाम दा प्रकाश कर दिंदा। धन धन जवंज व्यापारीआ वो धन हन सिख। वो व्यापारी धन हन जिहड़े नाम का व्यापार करते हैं, जिन्हां ने नाम का सौदा अपनी सुरत दी उपर लदना किया। धन धन वंज व्यापारीआ जिन वखर लद्धिअड़ा हर रास। गुरमुखां दर मुख उजले। उन्हां दे मुख इत्थे भी उजले ते दरगाह विच भी उजले। से आए मिले हर पास। वो गुरु नूं मिल के हरि कोल पहुँच गए। गुरु दे राही हरि नूं मिल गए। ਜਾਂ नानक गुर तिन पाया जिन्ना आप टुठा गुणतास। और हरि ने ये बहाना बनाया। हरि ने तुहानू किते ना किते प्रेरणा करके किसी गुरमुख की संगत दे के गुरु कोले लिआंदा ते गुरु ने कृपा करके हरि दे कोल भेज दिता। कोई सतनाम श्री। पहला तो आप बाहर फिरते हैं ना, फिर कोई गुरमुख मिलता है, कोई रब का प्यारा मिलता है जिस दे राही असी सिमरन करते हैं। वो गुरमुख प्यारा जिहड़ा सानू सच्चे सतगुर कोले लै जांदा। सतगुर सिखां दी ड्यूटी लाउंदे सी। जिथे तुसी आप आउणे हो अपने परिवारां नूं भी लिआया करो। होर भी आंढ गुआंढ रिश्तेदार साक संबंधियां नूं प्रेर के गुरु घर नाल जोड़ो ताकि उन्हां दा भी भला हो जावे, सोडा भी होवे। तो सिख लिआउंदे सन। मसंद साजे गए। मसंदां ने भी प्रचार करके संसार दे विचों संगतां नूं गुरु घर लिआउणा शुरू किया। भावें कि अगे जाके उन्हां दे पुत पोतरे अगे जाके बिगड़ गए तो सतगुरां ने फिर वो मसंद प्रथा बंद कर दी। खैर जिन्हां दे परमेश्वर खुश हुंदा है गुरु कोले पहुँच जाते हैं। ਜਾਂ ਨਾਨਕ ਗੁਰ ਤਿੰਨ ਪਾਇਆ ਉਹਨਾਂ ਨੇ ਪਾਇਆ ਜਿਨ੍ਹਾਂ ਆਪ ਟੁੱਠਾ ਗੁਣਤਾਸ। ਜਿਨ੍ਹਾਂ ਤੇ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਤਰੁੱਠ ਗਿਆ, ਖੁਸ਼ ਹੋ ਗਿਆ। ਹਰ ਧਿਆਵੋ ਸਾਸ ਗਿਰਾਸ ਸਿੱਖੋ ਉਹਨੂੰ ਸਿਮਰਿਆ ਕਰੋ ਸਵਾਸ ਸਵਾਸ। ਕੱਲ ਆਪਾਂ ਸਰਵਣ ਕੀਤਾ ਸੀ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਮਨ ਪ੍ਰੀਤ ਲੱਗੀ ਤਿਨਾ ਗੁਰਮੁਖਾਂ ਹਰ ਨਾਮ ਜਿਨ੍ਹਾਂ ਰਹਿ ਰਾਸ। ਜਿਨ੍ਹਾਂ ਨੇ ਪਰਮੇਸ਼ਰ ਦੀ ਦਰਗਾਹ ਨੂੰ ਜਾਣ ਵੇਲੇ रस्ते की पूंजी नाम का खजाना इकट्ठा कर लिया। राहे रास रस्ते की राशि। जिमें यात्रा दे जांदे आ जेब च पैसे पाने आ, कोई सतनाम सी। इवें सुरत दे विच साडे शब्द होना चाहिए। जिस दी सुरत में शब्द का खजाना है उहदी सुरत परमेश्वर विच मिल जाती आ। रहाओ इत्थे बाणी पूरी हो के अगे वार चल पई। तो ऐसा परमेश्वर जिहड़ा है सतगुर की कृपा नाल मिलदा। श्री राग की वार अगे वार दा हैंडग है। राग श्री राग दी ये वार है। महला चौथा। ये जिहड़ियां पौड़ियां हन ये चौथे पातशाह दियां हन सारियां। सलोकां नाल सलोक दूसरे गुरुआं दे भी हो सकते हैं। कई वारां विच उसे गुरु दीयां पौड़ियां उसे गुरु दे सलोक महले आ। कई वारां विच पौड़ी होर गुरु दी है, सलोक महले दूसरे जां तीसरे जां चौथे गुरु दे हन। इस तरह भी है। फिर आओ सलोकां नाल क्यों लिखिया है? ताकि कोई इहदे विच अपनी मनमत ना ऐड कर सके। पूरी पूरी गिनती लिखी आ। हर शब्द के बाद ਉਹਦੀ ਗਿਣਤੀ ਵਧਾਈ ਆ ਵੀ ਇੰਨੇ ਹੋ ਗਏ ਸ਼ਬਦ। ਇਸ ਕਰਕੇ ਪਾਤਸ਼ਾਹ ਜੀ ਨੇ ਆਉਣ ਵਾਲਾ ਸਮਾਂ ਵੀ ਵਿਚਾਰਿਆ। ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਸਨ ਮਹਾਰਾਜ ਕੁਝ ਲੋਕ ਆਪਦੀ ਮਨਮਤ ਦੇ ਸ਼ਬਦ ਬਣਾ ਬਣਾ ਕੇ ਥੱਲੇ ਨਾਨਕ ਸ਼ਬਦ ਪਾ ਦਿੰਦੇ ਆ ਤੇ ਸੰਗਤ ਨੂੰ ਭੁਲੇਖਾ ਲੱਗ ਸਕਦਾ। ਕੁਛ ਕਰੋ। ਫਿਰ ਉਹਨਾਂ ਨੇ ਬੀੜ ਦੀ ਰਚਨਾ ਕੀਤੀ। ਭਗਤ ਗ੍ਰੰਥ ਸਾਹਿਬ ਜੀ ਨੂੰ ਲਿਖਣਾ ਕੀਤਾ ਔਰ ਪੂਰਾ ਇੰਤਜ਼ਾਮ ਕਰਤਾ ਕਿ ਕੋਈ ਆਪਣਾ ਇੱਕ ਅੱਖਰ ਵੀ ਐਡ ਨਾ ਕਰ ਸਕੇ। खैर मनोबिरतियां उत्थे रखिए। सलोकां दे नाल वार पौड़ियां च ही हुंदी सी। चंडी दी वार है जिहड़ियां उह च पौड़ियां हन, सिर्फ उह च कोई सलोक नहीं हैगा।
तो ये पौड़ियाँ ਜਿਹੜੀਆਂ चौथे गुरु ਦੀਆਂ, श्लोक दूसरे जिमें पहला तीजे गुरु के श्लोक है, पहले गुरु के श्लोक है, दूजे गुरु के श्लोक है, इस तरह ये रलमी मिलमी वार है। आओ इन्हों अगे आरंभ करिए। श्री राग की वार महला चौथा श्लोका नाल। श्लोक महला तीजा, ये श्लोक तीजे पातशाह का है, पौड़ी चौथे पातशाह की है। तीजे पातशाह जी कहते रागां विच श्री राग है, रागां विच श्री भाव श्रोमणी। जिहड़ा श्री राग है ना, ये रागां विचों श्रोमणी राग है। जे सच धरे प्यार, पर जे इस नूं गाउण वाला परमेश्वर नाल प्यार नाल गावे किते। राग श्री राग है जिहड़ा, बड़ी ही प्यार वाली बाणी है। सारे रागां तो पहला इहनूं स्थान दिता गया है, क्योंकि रागां दा श्रोमणी है। और जे कोई इस राग दे विच बाणी गाउंदा है प्यार दे नाल, फिर की हुंदा सिखो, सदा हर सच मन वसै। उन्हां दे हिरदे विच हरि दा आके वासा हो जांदा है, उन्हां दे हिरदे विच सच दा वासा हो जांदा है। नेचल माती अपार, उन्हां दी मत स्थिर हो जाती है, उन्हां दे अंदरों भटकना खत्म हो जाती है। तीजे पातशाह जी कह रहे हैं अपने श्लोक विच कि ये रागां दे विचों श्रोमणी राग श्री राग है। और जे कोई इहनूं प्यार नाल गावे, जिवें आसा दी वार नूं असीं गाउणे आ, ते पातशाह कहंदे जे कोई आसा दी वार नूं प्यार नाल गाउंदा जां सुणदा है, उहदियां सारियां आसां पूरीआं हो जांदियां। कहो सतनाम श्री। इदां पातशाह ने बाणी दे शब्दां ते बख्शिशां कीतियां न। नेत्र प्रकाश किया गुरदेव, जिस वेले हरगोबिंद साहब नूं टाईफाइड हो गया सी बचपन विच, उस वेले गुरु अर्जन देव जी ने शब्द उचारिया सी, अपने बारक आप राखियन पार ब्रह्म गुरदेव, शीतला ते रखिया बिहारी पार ब्रह्म पर कृपा धारी। नेत्र प्रकाश किया गुरदेव, सेवक को दीनी अपनी सेव। इस करके इन्हां शब्दां विच बड़ियां बख्शां भरियां सतगुर ने बाणी विच, सारी बाणी दे शब्दां विच ही है। दुश्मन तो बचन लई सुलही ते नारायण राख, सुलही का हाथ कहीं न पहुँचे, सुलही होए मूआ ना पाक। तां दुश्मन साडा कुछ नहीं बिगाड़ सकेगा जे तुसीं इह शब्द नूं गाउणा शुरू करदे हो। एक अरदास है इहदे विच, सुलही ते नारायण राख माटका, दुश्मन तो बचा। ते बचाउंदा जिवें गुरु अर्जन देव जी ते सुलही खान चढ़ के आया सी ते राह दे विच ही भट्ठे विच सड़ के मर गया, पहुँच ही नहीं सकिया। प्रीतम जी कहंदे जिहड़ा इस राग दे विच बाणी नूं बड़े प्यार नाल गावेगा, उन्हां दे हिरदे विच सच दा वासा हो जावेगा। नेचल मत अपार, उन्हां दी मत स्थिर हो जावेगी ते अपार बुद्धि तीक्ष्ण हो जावेगी। महिमा साधु संग की सुनियो मेरे मीता, पिंगल पर्वत पार परे खल चतर बकीता। खल हुंदा मूर्ख, ये मूर्खां नूं ये बाणी सियाणे बनाउण वाली है, बखते बना सकदी है। सच्चन सच वर्गियां नूं, प्रेमे कोड़ी वर्गियां नूं ब्रह्म ज्ञानी बना दिता इस बाणी ने। कहो सतनाम श्री। खल चतर बकीता, पिंगलियां नूं पहाड़ां ते चढ़ा देवे। इस करके मेरे प्रीतम जी कहते हैं, जेवा सच्ची मन सच्चा। अगे लिखते हैं, नेचल मत अपार रत्ने अमोलक पाया। गुरु अमरदास महाराज जी नूं प्राप्ति हुई है, 65 साल की उम्र तो बाद प्राप्ति हुई है गुरु अंगद देव जी के कोलों। ते अपनी हड्ड बीती भी विच विच लिख दिंदे आ, कहंदे मैं वो हीरा अमोलक हीरा गुरु कोलों प्राप्त किया। की हो गुर का शब्द विचार, गुरु दे बचनां दी विचार कीती। मैं इको दिन कहा सी अंगद दे महाराज जी ने, पुरखा सानू ब्यासा तो पानी लिया के इशनान कराया कर। बस फिर गागर चल चक लई, चल सो चल। उन्होंने 12 साल जल ढोया, गुरु घर की सेवा की। तो फिर सानू भी दसदे है, कहने जदों गुरु सेवा लाउंदा है ना, उदों बख्शा करदा है।
आपे सेवा लायन, ये भी तीजे पातशाह का बचन है। आपे सेवा लायन आपे बख्श करे, सबना का माँ प्यो आप है आपे सार करे। ऐसा वो परिपूर्ण परमेश्वर परमात्मा है। प्रीतम जी कहते ये अमोलक हीरा जिहड़ा मैनू प्राप्त होया गुरु अंगद देव जी कोलों, रत्न अमोलक पाया गुर का शब्द विचार, जेहवा सच्ची मन सच्चा। उन्हां दे ये ज्ञान इंद्रे कर्म इंद्रे फिर माड़े काम करनों रुक जाते हैं, जीभ झूठ बोलनों हट जाती है, मन भी झूठ सोचना बंद कर दिंदा, शरीर है जिहड़ा ये अंदर फिर सच वरत जाता। कहो सतनाम श्री। जिथे हुण असीं रिश्तेदारां नाल परिवार नाल वपार दे विच दुकानदारियां विच झूठ वरतदे हां, जे कोई प्रेम दे नाल बाणी नूं पढ़ना शुरू कर देवे तो वह जिंदगी में झूठ बोलना बंद कर दूगा, कह दूगा सच भी इन्ने दी आई है इन्ने दी बेचनी है, लैनी लैनी तेरी मर्जी है भरावा। थोड़े दिन उसनूं दिक्कत आऊगी पर फिर लोग उहदे कोले वध आउणगे बई यार वो बंदा सही बोलदा है। एक मुੱਲ दी दुकान है उसकी, वो चाहे बच्चा जावे चाहे बुढ़ा जावे वध घट नहीं लाउंदा। कोई सतनाम सच्चा बंदा है, फिर देखियो उहदे कोले गाहक वध जांदा। हौली हौली लोगों को भरोसा हो जाता है भी यार बंदा सच्चा बोलता है। पहली बार तो लगता खरवा जा भी यार ये सौदा बेचना कि नहीं बेचना है बोलता। इस करके उन्होंने शरीर के कर्म इंद्रे ज्ञान इंद्रे सच ते चल पैंदे ने। गुरु अमरदास महाराज जी कह रहे हैं जे वा सच्ची मन सच्चा, उन्होंने मन में गलत फुरना नहीं बनता, जीव नाल झूठ बोलते नहीं, शरीर करके वो हर तरह के नाल सच ते चलते हैं, सच का साथ देंदे आ। एक बारी किते जंगल नूं अग लगी आ, लोग बाल्टियां भर भर के बुझा रहे न, अग बड़ी भयानक लगी है। उत्थे एक छोटी जी चिड़ी आ गई, वो जिथे पानी का कोई नेड़े वगदा स्रोत सी ना, नदी समुद्र खाला कुछ भी, उतों चुंझ भर के लियाउंदी है ते अग ते सिट जाती है, उड़दी है चुंझ भरदी है सिटदी है, चुंझ भरदी है सिटदी है, चुंझ भरदी है सिटदी है। किसी मनुख ने वेखिया भी यार है भी मेहनत तो बहुत करती है पर ये चुंझ के पानी नाल कित्थों अग बुझू। उन्होंने कहना भलीए मानसे तू आराम कर ला। कहनी क्यों? एडियां एडियां बाल्टियां लोग चक्की फिरदे आ, उन्हां तां बुझदी नहीं, तेरी चुंझ के पानी नाल किवें बुझू, तू रहन दे। कहनी ना ना वीरे, बेशक मैं अग बुझा नहीं सकती पर मैं नाल मेहनत कर रही हाँ। घट्टो घट्ट कल नूं इतिहास विच जब लोग लिखणगे मैं किहने किहने अग लाई आ ते किहने बुझाई आ ते मेरा नाम अग बुझाउण वालियां च आऊगा। कहो सतनाम सिंह। आउण वाला समा सोच, उन्हां दा शरीर सच ते चल पैंदा है, सच्चियां दा साथ दिंदे आ, पखंडियां दा झूठियां दा साथ नहीं दिंदे, ਜਿਹੜੇ गुरबाणी नाल जुड़ जाते हैं। कहो सतनाम श्री। वो वोटां पिछे पैसे नहीं लेंदे, वो वेखदे आ कि किहड़ा बंदा सही है उन्होंने वोट पाउंदे आ। कहो सतनाम, क्योंकि सच का साथ देना, सच्चे का साथ देना। ਜਿਹੜੇ सच का साथ देंदे असीं अज देख रहे हैं दुनिया दे विच, वो अपनियां वड्डियां वड्डियां नौकरियां नूं भी लत्त मार जाते हैं कई बारी, बई मैं इत्थे रिश्वत लैनी नहीं देनी नहीं लैन देनी नहीं और मैं सच्ची काम करना, तो फिर झूठे उन्होंने चलन नहीं देंदे। वो कहने आपकी नौकरी सांभो आपां चले। कहो सतनाम, इहो जी नौकरी की लोड़ नहीं जिथे मेरी जमीन नूं मार दिओ। कल परसों दीयां गल्लां ना, जो बाइबल कालां दा कांड सीगा उसकी रिसर्च कर रहे असीं एक DGP, तो उसने रिसर्च करके लियांदी, उसकी रिसर्च सच्ची होनी आ, तो लोगों ने कहा भी गलत है, ये दोबारे कराई जाऊगी रिसर्च, दोबारे छानबीन की जाऊगी, ये गलत है। तो वो बंदा सही सीगा, उन्हें सही खोज पड़ताल करके दसिया सी किने सारा ये कांड किया, बाइबल कालां दा गुरु ग्रंथ साहिब नूं किने बेअदबी की आ, किने अंग खलियारे उन्होंने, किने उत्थे गोलियां चलाइयां, किहदा पिछों हुक्म होया, ये सब उन्हें क्लीयर करके ले आंदा, खोज करके सारी पड़ताल करके। पर जिहड़े हुण फसदे सी झूठे, उन्होंने उसनूं दबाउण की कोशिश की भी गलत है तेरा, है नहीं ये नहीं पेश करना दुनिया च, ये नहीं दसना। उन्हें की किया फिर? उन्हें अपनी नौकरी छड्डती, कहने आपां नूं नौकरी की लोड़ नहीं।
तो उसनूं हरमंदिर साहब वालों सत्कार भी दिता गया भी ठीक है, जिहड़ा बंदा सच ते खड़ा है, जिहड़ा परमेश्वर नाल जुड़िया है, वो हमेशा सच ते चलदा है। गुरु अमरदास जी कहते उन्हां दी जीभ भी सच बोलती है, उन्हां दा मन भी सच सोचदा है, उन्हां दा शरीर भी सच ते जुड़दा है। नानक सच्चै सतगुर सेविया। धन गुरु अमरदास जी तीजे नानक कहते हैं सच्चे सतगुर नूं सिमरिया सदा सच व्यापार। वो लोक ते सरलोक दे लोक ते परलोक दे विच सच ते चलदा होया, सच दा वपार करदा होया पार हो जांदा। कोई सतनाम सी, वो सच दा वपार करदा, वो झूठ नहीं बोलदा, वो अपनी जमीर नूं जिउंदी रखदा है, वो अपनी जमीर नूं मर नहीं दिंदा। ते महापुरुष कहा करदे सीगे जिन्हां दी जमीर मर गई वो तुरियां फिरदियां लोथां हन। कोई सतनाम सी। जमीर नूं ना मरन दिओ, मौत एक दिन आउणी है। जिहदी जमीर मर गई वो रोज़ मरदा है। कोई सतनाम सी। वो रोज़ ही मरदा है, रोज़ ही दुखी हुंदा है। जिवें पांडवां दे अर्जन ने हथियार सिੱਟते ते कृष्ण जी ने कुरुक्षेत्र दे जंग विच उस नूं की समझाया भी हथियार चक लड़ाई कर। कहना सारे मेरे ही आ, मैं किहनूं मारा। कहने ये नहीं समझदे, तू समझदे कल्ला, किसी ने नहीं मनना भी अर्जन ने इस करके नहीं जंग किया भी आपदे समझे सी। लोग कहणगे वो गिद्दड़ सी, वो कैर सी, वो जंग के मैदान चों भज गया। तैनूं किसी ने सूरमा नहीं कहना, तू जंग कर चुप करके। तो कृष्ण जी ने उसनूं सच का ज्ञान दिता, गीता का ज्ञान जिहड़ा कुरुक्षेत्र दे विच जंग के मैदान च खड़ के दिता। सच ते पहरा देने का हुक्म ही सतगुरां ने दिता। कोई सतनाम श्री। जिस औरंगजेब ने 9वें पातशाह जी की शहीदी की आ, फिर उन्होंने सोधा लाने का हुक्म भी 10वें पातशाह ने दिता है। कोई सतनाम श्री। क्योंकि सच ते चलना, ना काहू से दोस्ती ना काहू से वैर, निरभौ निर्वैर मूल मंत्र के पहले 2 शब्द हैं, ना डरना ना डराउना। तो गुरु पातशाह जी कहते नानक सच्चै सतगुर सेवे है सदा सच व्यापार। तो इस तरह ये विचार आप हुण इत्थे रोकते हैं, समा अगे जा रहे हैं, गुरु कृपा करन। ये राग श्री राग की वार आरंभ हो गई है। ये राग श्री राग की वार शुरुआत हो गई है। अगली पौड़ी ते श्लोक की गल आप कल नूं सरवण करांगे। हुण इत्थे रोकण दी आग्या बख्शो। बोलदियां नेकां अखर बाद घाट हो जाते। सिख संगतां दे सतगुरु बख्शण योग है, बख्श लेना जी। समाप्ति करिए। बुलाओ फतेह पाओ फतेह। वाहिगुरु जी का खालसा वाहिगुरु जी की फतेह।